ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਐਂਡ ਵੈਲਕਮ ਟੂ ਮਾਈ ਚੈਨਲ। ਅੱਜ ਆਪਾਂ ਸਟਾਰਟ ਕਰਨਾ ਹੈ ਅਕਾਊਂਟਿੰਗ ਫॉर ਕੰਸਾਈਨਮੈਂਟਸ ਵਾਲਾ ਚੈਪਟਰ। ਸਾਈਡ ਬਾਈ ਸਾਈਡ ਸਾਡਾ ਰਿਟਾਇਰਮੈਂਟ ਚੱਲਦਾ ਰਹੇਗਾ, ਠੀਕ ਹੈ, ਅਤੇ ਸਾਈਡ ਬਾਈ ਸਾਈਡ ਸਾਡਾ ਕੰਸਾਈਨਮੈਂਟ ਚੱਲਦਾ ਰਹੇਗਾ। ਛੋਟਾ ਜਿਹਾ ਚੈਪਟਰ ਹੈ, ਇਹਦੇ ਵਿੱਚ ਸਿਰਫ ਮੇਨ ਚੀਜ਼ਾਂ ਇਹ ਹੈ ਕਿ ਲੋਸ ਦਾ ਟ੍ਰੀਟਮੈਂਟ ਕੀ ਹੈ, ਕੁਛ ਟਰਮਸ ਹੈ ਇੰਪੋਰਟੈਂਟ, ਕੰਸਾਈਨਰ ਕੌਣ ਹੈ, ਕੰਸਾਈਨੀ ਕੌਣ ਹੈ, ਪਰਫੋਰਮਾ ਇਨਵਾइस ਕੀ ਹੈ, ਇਹ ਸਾਰੀਆਂ ਚੀਜ਼ਾਂ ਆਪਾਂ ਦੇਖਣੀਆਂ। ਨੋਰਮਲ ਲੋਸ ਦਾ ਟ੍ਰੀਟਮੈਂਟ ਕੀ ਹੋਏਗਾ, ਕਿਸ ਤਰ੍ਹਾਂ ਦੀ ਕਮਿਸ਼ਨਸ ਦਿੱਤੀ ਜਾਂਦੀ ਹੈ, ਇਹ ਸਾਰੀਆਂ ਚੀਜ਼ਾਂ ਅਸੀਂ ਕੰਸਾਈਨਮੈਂਟ ਅਕਾਊਂਟ ਦੇ ਵਿੱਚ ਦੇਖਣੀਆਂ। ਔਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿਹੜੀ ਯੂਨਿਟ ਦਾ ਚੈਪਟਰ ਹੈ। ਫਾਈਨੈਂਸ਼ੀਅਲ ਅਕਾਊਂਟਿੰਗ ਦਾ ਹੀ ਚੈਪਟਰ ਹੈ। ਇਹਦੇ ਵਿੱਚ ਆਪਾਂ ਅੱਜ ਕਲਾਸ ਨੰਬਰ 1 ਕਵਰ ਕਰਾਂਗੇ ਅਤੇ ਰਿਟਾਇਰਮੈਂਟ ਦੀ ਕਲਾਸ ਮੈਂ ਸ਼ਾਮ ਨੂੰ ਅਪਲੋਡ ਕਰੂੰਗੀ। ਸੋ ਬਿਨਾਂ ਟਾਈਮ ਵੇਸਟ ਕੀਤੇ ਸਟਾਰਟ ਕਰਦੇ ਹਾਂ ਕਿ ਕੰਸਾਈਨਮੈਂਟ ਦਾ ਮਤਲਬ ਕੀ ਹੈ। ਰੀਡ ਕਰਨ ਤੋਂ ਪਹਿਲਾਂ ਆਪਾਂ ਸਿਰਫ ਇੰਨਾ ਇੱਕ ਸਮਝਦੇ ਹਾਂ ਕੰਸਾਈਨਮੈਂਟ ਹੈ ਕੀ। ਦੇਖੋ, ਜਿੱਦਾਂ ਹੁਣ ਇੱਕ ਪਰਸਨ ਹੈ ਜੋ ਟੀ ਸ਼ਰਟਸ ਨੂੰ ਪ੍ਰੋਡਿਊਸ ਕਰਦਾ ਹੈ, ਠੀਕ ਹੈ। ਉਸ ਟੀ ਸ਼ਰਟਸ ਨੂੰ ਵੇਚਣ ਵਾਸਤੇ ਉਹਨੇ ਇੱਕ ਪਰਸਨ ਨੂੰ ਹਾਇਰ ਕੀਤਾ। ਹੁਣ ਉਹ ਟੀ ਸ਼ਰਟਸ ਦਾ ਕੀ ਹੈ, ਮਾਲਿਕ ਹੈ ਨਾ। ਆਹ ਪਰਸਨ ਟੀ ਸ਼ਰਟਸ ਦਾ ਮਾਲਿਕ ਹੈ ਕਿਉਂਕਿ ਇਹਨੇ ਪ੍ਰੋਡਿਊਸ ਕੀਤੀ ਹੈ। ਹੁਣ ਜੋ ਇਸ ਸਮਾਨ ਦਾ ਮਾਲਿਕ ਹੈ ਉਹਨੂੰ ਕੀ ਬੋਲਿਆ ਜਾਂਦਾ ਹੈ, ਕੰਸਾਈਨਰ ਬੋਲਿਆ ਜਾਂਦਾ ਹੈ, ਠੀਕ ਹੈ। ਇਹਨੇ ਇੱਕ ਦੂਜਾ ਪਰਸਨ ਹਾਇਰ ਕੀਤਾ ਕਿ ਤੂੰ ਮੇਰੇ ਬਿਹਾਫ ਦੇ ਉੱਤੇ, ਮਤਲਬ ਮੇਰੇ ਬਦਲੇ ਤੂੰ ਮੇਰੇ ਟੀ ਸ਼ਰਟਸ ਦੀ ਸੇਲ ਕਰ ਦੇ, ਉਹਦੇ ਬਦਲੇ ਮੈਂ ਤੈਨੂੰ ਕੁਝ ਕਮਿਸ਼ਨ ਦਊਂਗਾ। ਹੁਣ ਜਿਸ ਪਰਸਨ ਨੂੰ ਹਾਇਰ ਕੀਤਾ ਇਹ ਸਮਾਨ ਵੇਚਣ ਵਾਸਤੇ, ਉਹ ਕੌਣ ਹੋਏਗਾ, ਕੰਸਾਈਨੀ ਹੋਏਗਾ, ਠੀਕ ਹੈ। ਇਹਦੇ ਵਿੱਚ ਇੰਨਾ ਧਿਆਨ ਰੱਖਣਾ ਹੈ ਕਿ ਜਿਹੜਾ ਓਨਰ ਹੈ ਉਹ ਸੇਮ ਹੀ ਰਹੇਗਾ, ਕੰਸਾਈਨਰ ਹੀ ਰਹੇਗਾ, ਕੰਸਾਈਨਰ ਹੀ ਓਨਰ ਰਹੇਗਾ ਇਸ ਟੀ ਸ਼ਰਟਸ ਦਾ, ਜਦ ਤੱਕ ਉਹ ਟੀ ਸ਼ਰਟਸ ਵਿਕ ਨਹੀਂ ਜਾਂਦੀਆਂ। ਹੁਣ ਇਹਨੇ ਆਹ ਟੀ ਸ਼ਰਟਸ ਸੈਂਡ ਕੀਤੀਆਂ ਕੰਸਾਈਨੀ ਨੂੰ ਕਿ ਤੂੰ ਮੇਰੇ ਬਿਹਾਫ ਦੇ ਉੱਤੇ ਵੇਚ ਦੇ। ਇਹਦਾ ਮਤਲਬ ਇਹ ਨਹੀਂ ਹੈ ਕਿ ਇਹਦੀ ਓਨਰਸ਼ਿਪ ਚੇਂਜ ਹੋ ਗਈ। ਓਨਰ ਕੰਸਾਈਨੀ ਨਹੀਂ ਬਣੇਗਾ, ਮਾਲਕ ਕੰਸਾਈਨਰ ਹੀ ਰਹੇਗਾ ਉਹਨਾਂ ਟੀ ਸ਼ਰਟਸ ਦਾ, ਠੀਕ ਹੈ। ਅਤੇ ਆਹ ਪੂਰੀ ਅਰੇਂਜਮੈਂਟ, ਕੰਸਾਈਨਰ ਨੇ ਸਮਾਨ ਭੇਜਿਆ ਕੰਸਾਈਨੀ ਨੂੰ ਵੇਚਣ ਦੇ ਵਾਸਤੇ, ਇਸ ਪੂਰੀ ਅਰੇਂਜਮੈਂਟ ਨੂੰ ਹੀ ਕੀ ਬੋਲਿਆ ਜਾਂਦਾ ਹੈ, ਕੰਸਾਈਨਮੈਂਟ ਬੋਲਿਆ ਜਾਂਦਾ ਹੈ। ਹੁਣ ਇਹਦਾ ਲੇਖਾ ਜੋਖਾ ਕਰਨਾ, ਮਤਲਬ ਅਕਾਊਂਟਸ ਦੇ ਵਿੱਚ ਇਹਨੂੰ ਲਿਖਣਾ, ਡਿਟੇਲਸ ਐਡ ਕਰਨਾ, ਉਹਨੂੰ ਬੋਲ ਦਿੰਦੇ ਆ ਅਕਾਊਂਟਿੰਗ ਫॉर ਕੰਸਾਈਨਮੈਂਟ। ਆਈ ਹੋਪ ਤੁਹਾਨੂੰ ਮੀਨਿੰਗ ਕਲੀਅਰ ਹੈ। ਹੁਣ ਅੱਗੇ ਆਪਾਂ ਪੜ੍ਹਦੇ ਹਾਂ ਕੀ ਹੈ ਕੰਸਾਈਨਮੈਂਟ ਦਾ ਮਤਲਬ। ਇੱਥੇ ਇਹ ਚੀਜ਼ ਮੈਂ ਲਿਖੀ ਹੈ, ਕੰਸਾਈਨਮੈਂਟ ਇੱਕ ਅਰੇਂਜਮੈਂਟ ਹੈ ਵੇਅਰ ਦ ਓਨਰ ਆਫ ਦ ਗੁਡਸ, ਓਨਰ ਮਤਲਬ ਮਾਲਿਕ, ਮਾਲਿਕ ਕੌਣ ਹੋਏਗਾ, ਕੰਸਾਈਨਰ। ਕੰਸਾਈਨਰ ਨੇ ਸਾਮਾਨ ਸੈਂਡ ਕੀਤਾ ਕਿਸੇ ਹੋਰ ਪਰਸਨ ਨੂੰ, ਅਨਦਰ ਪਰਸਨ ਨੂੰ, ਜਿਹਨੂੰ ਆਪਾਂ ਕੰਸਾਈਨੀ ਬੋਲਦੇ ਹਾਂ, ਸਿਰਫ ਇਸ ਪਰਪਸ ਵਾਸਤੇ ਕਿ ਉਹ ਮੇਰਾ ਸਾਮਾਨ ਵਿਕਵਾ ਦੇ ਮੇਰੇ ਬਿਹਾਫ ਦੇ ਉੱਤੇ। ਇਹਨੂੰ ਬੋਲਦੇ ਹੈ ਕੰਸਾਈਨਮੈਂਟ। ਹੁਣ ਨੈਕਸਟ ਪੁਆਇੰਟ ਹੈ ਦ ਕੰਸਾਈਨਰ ਰਿਮੇਨਸ ਦ ਓਨਰ ਆਫ ਦ ਗੁਡਸ। ਹੁਣ ਕੰਸਾਈਨਰ ਨੇ ਸਾਮਾਨ ਭੇਜਿਆ ਕੰਸਾਈਨੀ ਨੂੰ ਵੇਚਣ ਵਾਸਤੇ, ਹੈ ਨਾ। ਆਹ ਦੇਖੋ, ਕੰਸਾਈਨਰ ਇਹਨੇ ਸਾਮਾਨ ਭੇਜਿਆ ਕੰਸਾਈਨੀ ਨੂੰ ਵੇਚਣ ਵਾਸਤੇ। ਇਹਦਾ ਮਤਲਬ ਇਹ ਨਹੀਂ ਹੈ ਕਿ ਹੁਣ ਓਨਰ ਕੰਸਾਈਨੀ ਹੋ ਜਾਏਗਾ। ਓਨਰ ਉਸ ਸਮਾਨ ਦਾ ਕੰਸਾਈਨਰ ਹੀ ਰਹੇਗਾ ਜਦ ਤੱਕ ਉਹ ਸਮਾਨ ਵਿਕ ਨਹੀਂ ਜਾਂਦਾ, ਠੀਕ ਹੈ। ਨੈਕਸਟ ਦੇਖੋ, ਦ ਕੰਸਾਈਨੀ ਸੈਲ ਦ ਗੁਡਸ। ਕੰਸਾਈਨੀ ਕੀ ਕਰੇਗਾ, ਇਹਦੇ ਵਿੱਚ ਗੁਡਸ ਨੂੰ ਵੇਚੇਗਾ, ਪੇਮੈਂਟਸ ਨੂੰ ਕਲੈਕਟ ਕਰੇਗਾ, ਉਹਦੇ ਜਿੰਨੇ ਵੀ ਉਹਨੇ ਐਕਸਪੈਂਸਿਸ ਬੇਅਰ ਕਰੇ ਹੋਊਗੇ ਉਹ ਡਿਡਕਟ ਕਰੇਗਾ, ਕਮਿਸ਼ਨਸ ਰਿਸੀਵ ਕਰੇਗਾ। ਬਾਕੀ ਦਾ ਜਿਹੜਾ ਬੈਲੈਂਸ ਬਚ ਜਾਏਗਾ ਉਹ ਕੰਸਾਈਨਰ ਨੂੰ ਭੇਜ ਦਿੱਤਾ ਜਾਏਗਾ। ਅਕਾਊਂਟਸ ਸੇਲ ਕਰਕੇ ਇੱਕ ਇਨਵੋਇਸ ਭੇਜੇਗਾ ਕਿ ਇਹਦੇ ਵਿੱਚ ਸਾਰੀ ਡਿਟੇਲਸ ਲਿਖਿਆ, ਮੇਰਾ ਕਿੰਨਾ ਖਰਚਾ ਹੋਇਆ, ਤੁਸੀਂ ਮੈਨੂੰ ਕਿੰਨੀ ਕਮਿਸ਼ਨ ਦੇ ਚੁੱਕੇ ਹੋ, ਕਿੰਨਾ ਮੇਰਾ ਬੈਲੈਂਸ ਬਾਕੀ ਹੈ। ਫਿਰ ਉਹ ਕੰਸਾਈਨਰ ਨੂੰ ਭੇਜੇਗਾ ਅਤੇ ਕੰਸਾਈਨਰ ਉਹਦੇ ਉੱਤੇ ਦੇਖੇਗਾ ਅਤੇ ਜੋ ਵੀ ਪੈਸਾ ਬਣਦਾ ਹੋਏਗਾ ਉਹ ਕੰਸਾਈਨਰ ਨੂੰ ਭੇਜ ਦੇਗਾ। ਇਹ ਡਿਟੇਲ ਦੇ ਵਿੱਚ ਅੱਗੇ ਦੇਖਾਂਗੇ ਆਪਾਂ, ਸਿਰਫ ਹਜੇ ਫਿਲਹਾਲ ਛੋਟੀ ਛੋਟੀ ਟਰਮਸ ਹੈ ਜੋ ਸਮਝਣੀ ਹੈ ਤੁਸੀਂ। ਉਸ ਤੋਂ ਬਾਅਦ ਹੈ ਦੋ ਟਰਮਸ ਆਉਂਦੀਆਂ ਹੈ, ਆਊਟਵਰਡ ਕੰਸਾਈਨਮੈਂਟ ਅਤੇ ਇਨਵਰਡ ਕੰਸਾਈਨਮੈਂਟ। ਹੁਣ ਇਹ ਕੀ ਹੁੰਦਾ, ਜਦੋਂ ਤੁਹਾਨੂੰ ਟੂ ਦਾ ਕੰਸਾਈਨਰ, ਇੱਥੇ ਨਾ ਕੰਸਾਈਨਰ ਆਉਣਾ ਔਰ ਇੱਥੇ ਵੀ ਟਾਈਪਿੰਗ ਮਿਸਟੇਕ ਹੈ, ਇੱਥੇ ਕੰਸਾਈਨੀ ਆਉਣਾ, ਠੀਕ ਹੈ। ਮੈਂ ਜਦੋਂ PDF ਭੇਜੂੰਗੀ ਮੈਂ ਸਹੀ ਕਰ ਦੂੰਗੀ। ਜੇ ਤੁਹਾਨੂੰ ਹੋਵੇ ਟੂ ਦਾ ਕੰਸਾਈਨਰ, ਇਹਦਾ ਮਤਲਬ ਕੀ ਹੈ, ਜਿਹੜੀ ਕੰਸਾਈਨਮੈਂਟ ਆਫ ਗੁੱਡ ਕੀਤੀ ਗਈ ਹੈ ਉਹ ਆਊਟਵਰਡ ਕੰਸਾਈਨਮੈਂਟ ਹੈ। ਆਊਟਵਰਡ ਦਾ ਮਤਲਬ ਕੀ ਹੈ, ਕੰਸਾਈਨੀ ਵੱਲੋਂ ਕੰਸਾਈਨਰ ਨੂੰ ਭੇਜੀ ਗਈ ਹੈ, ਉਹ ਹੋ ਗਿਆ ਆਊਟਵਰਡ ਕੰਸਾਈਨਮੈਂਟ। ਬਟ ਅਗਰ ਲਿਖਿਆ ਹੋਏ ਟੂ ਦਾ ਕੰਸਾਈਨੀ, ਟੂ ਦਾ ਕੰਸਾਈਨੀ ਦਾ ਮਤਲਬ ਕੀ ਹੈ, ਉਹ ਕੰਸਾਈਨੀ ਨੂੰ ਵੇਚਣ ਵਾਸਤੇ ਭੇਜੀ ਗਈ ਹੈ, ਉਹ ਹੋ ਜਾਏਗੀ ਇਨਵਰਡ ਕੰਸਾਈਨਮੈਂਟ। ਕੰਸਾਈਨੀ ਕੋ ਆਈ ਹੈ, ਕੰਸਾਈਨੀ ਕੋਲੋਂ ਗਈ ਹੈ, ਉਹ ਆਊਟਵਰਡ ਕੰਸਾਈਨਮੈਂਟ। ਟੂ ਦਾ ਕੰਸਾਈਨਰ, ਕੰਸਾਈਨਰ ਲਿਖਿਆ ਹੋਏ ਉਹ ਹੈ ਆਊਟਵਰਡ ਕੰਸਾਈਨਮੈਂਟ। ਟੂ ਦਾ ਕੰਸਾਈਨੀ ਲਿਖਿਆ ਹੋਏ ਉਹ ਹੈ ਇਨਵਰਡ ਕੰਸਾਈਨਮੈਂਟ, ਠੀਕ ਹੈ। ਉਸ ਤੋਂ ਅੱਗੇ ਆ ਜਾਓ, ਦ ਗੁਡਸ ਕੰਸਾਈਨ ਟੂ ਦ ਏਜੰਟ ਕੋਲਡ ਗੁਡ ਸੈਂਟ ਔਨ ਕੰਸਾਈਨਮੈਂਟ। ਹੁਣ ਗੁਡ ਸੈਂਟ ਔਨ ਕੰਸਾਈਨਮੈਂਟ ਦਾ ਮਤਲਬ ਕੀ ਹੈ, ਜੋ ਗੁਡਸ, ਜੋ ਸਾਮਾਨ, ਗੁਡਸ ਦਾ ਮਤਲਬ ਇੱਥੇ ਮੈਂ ਬਾਰ ਬਾਰ ਦੱਸ ਰਹੀ ਹਾਂ ਸਾਮਾਨ ਹੈ, ਠੀਕ ਹੈ।
ਗੁੱਡਸ ਦਾ ਮਤਲਬ ਹੈ ਸਾਮਾਨ, ਜੋ ਸਾਮਾਨ ਅਸੀਂ ਭੇਜਿਆ ਹੈ ਕਿਸੇ ਏਜੰਟ ਨੂੰ ਵੇਚਣ ਵਾਸਤੇ, ਔਰ ਉਸ ਸਮਾਨ ਨੂੰ ਕੀ ਬੋਲਿਆ ਜਾਏਗਾ, ਉਹਦੀ ਟਰਮ ਕੀ ਹੋਏਗੀ, ਗੁੱਡ ਸੈਂਟ ਔਨ ਕੰਸਾਈਨਮੈਂਟ। ਕਿ ਕੰਸਾਈਨਮੈਂਟ ਦੇ ਪਰਪਸ ਵਾਸਤੇ ਜਿਹੜਾ ਸਮਾਨ ਭੇਜਿਆ ਹੈ ਉਹਨੂੰ ਆਪਾਂ ਬੋਲਾਂਗੇ ਗੁੱਡ ਸੈਂਟ ਔਨ ਕੰਸਾਈਨਮੈਂਟ। ਔਰ ਕੈਨ ਨਾਟ ਬੀ ਟ੍ਰੀਟਡ ਐਜ਼ ਸੇਲ, ਇਹਨੂੰ ਆਪਾਂ ਸੇਲ ਨਹੀਂ ਮੰਨਾਂਗੇ ਉਸ ਟਾਈਮ ਜਦੋਂ ਕੰਸਾਈਨਮੈਂਟ ਦੇ ਟਾਈਮ ਦੇ ਉੱਤੇ ਆਪਾਂ ਭੇਜਿਆ। ਦੇ ਆਰ ਟ੍ਰੀਟਡ ਐਜ਼ ਸੇਲਸ ਓਨਲੀ ਵੈਨ ਦੇ ਆਰ ਸੋਲਡ ਬਾਈ ਦਾ ਕੰਸਾਈਨੀ। ਟ੍ਰੀਟਡ ਐਜ਼ ਅ ਸੇਲ ਉਦੋਂ ਹੀ ਮੰਨਾਂਗੇ ਜਦੋਂ ਕੰਸਾਈਨੀ ਨੇ ਵੇਚ ਦਿੱਤਾ। ਹੁਣ ਇੱਕ ਦੁਬਾਰਾ ਤੋਂ ਮੈਂ ਇੱਕ ਦੱਸਦੀ ਹਾਂ, ਦੇਖੋ ਇਹ ਹੈ ਕੰਸਾਈਨਰ, ਹੈ ਨਾ, ਮਾਲਿਕ, ਓਨਰ। ਓਨਰ ਕੌਣ ਹੁੰਦਾ ਹੈ, ਕੰਸਾਈਨਰ। ਇਹਨੇ ਸਾਮਾਨ ਗੁੱਡਸ ਭੇਜਿਆ ਕਿਹਨੂੰ, ਕੰਸਾਈਨੀ ਨੂੰ, ਕਿ ਮੇਰਾ ਸਾਮਾਨ ਵਿਕਵਾ ਦੇ। ਠੀਕ ਹੈ, ਕੰਸਾਈਨੀ ਹੋ ਗਿਆ ਏਜੰਟ ਜਿਹਨੂੰ ਭੇਜਿਆ। ਜਿਹੜਾ ਗੁੱਡ ਭੇਜਿਆ ਉਹ ਕੀ ਹੋਏਗਾ, ਮੇਰਾ ਗੁੱਡਸ, ਉਹਨੂੰ ਆਪਾਂ ਕੀ ਬੋਲਾਂਗੇ, ਗੁੱਡਸ ਸੈਂਟ ਔਨ ਕੰਸਾਈਨਮੈਂਟ। ਠੀਕ ਹੈ, ਉਸ ਤੋਂ ਬਾਅਦ ਇਸ ਗੁੱਡ ਸੈਂਟ ਔਨ ਕੰਸਾਈਨਮੈਂਟ ਨੂੰ ਆਪਾਂ ਸੇਲਸ ਨਹੀਂ ਮੰਨਾਂਗੇ। ਸੇਲਸ ਨਹੀਂ ਹੈ, ਸਿਰਫ ਉਹਨੂੰ ਸਮਾਨ ਭੇਜਿਆ ਗਿਆ ਕਿ ਤੂੰ ਮੇਰਾ ਸਮਾਨ ਵੇਚ ਦੇ। ਜਦੋਂ ਕੰਸਾਈਨੀ ਆ ਗੁੱਡਸ ਨੂੰ ਵੇਚ ਦੇਗਾ, ਫਰਦਰ ਅੱਗੇ ਕੰਸਾਈਨੀ ਨੇ ਹੁਣ ਕਿਸੇ ਹੋਰ ਪਰਸਨ ਨੂੰ ਇਹਨੂੰ ਵੇਚ ਦਿੱਤਾ ਪੈਸੇ ਦੇ ਬਦਲੇ, ਫਿਰ ਉਸ ਗੁੱਡਸ ਨੂੰ ਸੇਲ ਮੰਨਿਆ ਜਾਏਗਾ। ਸੇਲ ਉਦੋਂ ਤੱਕ ਨਹੀਂ ਮੰਨਿਆ ਜਾਏਗਾ ਜਦ ਤੱਕ ਕੰਸਾਈਨੀ ਨਹੀਂ ਵੇਚ ਦਿੰਦਾ। ਆਈ ਹੋਪ ਤੁਹਾਨੂੰ ਇਹ ਪੈਰਾਗ੍ਰਾਫ ਦਾ ਮਤਲਬ ਕਲੀਅਰ ਹੋ ਗਿਆ। ਮੈਂ ਦੁਬਾਰਾ ਰਿਪੀਟ ਕਰ ਦਿੰਦੀ ਹਾਂ ਇੱਕ ਵਾਰੀ। ਦੇਖੋ, ਗੁੱਡਸ ਜਿਹੜੇ ਭੇਜੇ ਗਏ ਆ ਏਜੰਟ ਨੂੰ, ਉਹਨੂੰ ਗੁੱਡ ਸੈਂਟ ਔਨ ਕੰਸਾਈਨਮੈਂਟ ਬੋਲ ਦਿੰਦੇ ਆ। ਉਹਨੂੰ ਐਜ਼ ਅ ਸੇਲ ਨਹੀਂ ਮੰਨਾਂਗੇ ਉਸ ਟਾਈਮ 'ਤੇ ਜਦੋਂ ਕੰਸਾਈਨਮੈਂਟ ਕੀਤੀ ਗਈ ਹੈ, ਪਰ ਜਦੋਂ ਅੱਗੇ ਕੰਸਾਈਨੀ ਨੇ ਉਹਨੂੰ ਵੇਚ ਦਿੱਤਾ ਉਦੋਂ ਉਹਨੂੰ ਮੰਨ ਲਵਾਂਗੇ ਆਪਾਂ ਸੇਲਸ। ਠੀਕ ਹੈ, ਜਦੋਂ ਕੰਸਾਈਨੀ ਨੇ ਵੇਚਿਆ, ਜਦੋਂ ਕੰਸਾਈਨਰ ਨੇ ਭੇਜਿਆ ਉਦੋਂ ਸੇਲਸ ਨਹੀਂ ਹੈ। ਠੀਕ ਹੈ, ਅੱਗੇ ਦੇਖੋ, ਦੇਅਰਫੋਰ ਸੱਚ ਗੁੱਡਸ ਰਿਕੁਆਇਰਡ ਸਪੈਸ਼ਲ ਟ੍ਰੀਟਮੈਂਟ ਇਨ ਦਾ ਅਕਾਊਂਟ। ਹੁਣ ਇਹਨਾਂ ਗੁੱਡਸ ਨੂੰ ਜੋ ਕੰਸਾਈਨੀ ਨੂੰ ਭੇਜੇ ਗਏ ਆ ਉਹਨਾਂ ਦਾ ਵੀ ਕੁਝ ਸਪੈਸ਼ਲ ਟ੍ਰੀਟਮੈਂਟ ਕਰਨਾ ਪਏਗਾ ਨਾ ਅਕਾਊਂਟਸ ਦੇ ਵਿੱਚ। ਇਹਨੂੰ ਹੀ ਆਪਾਂ ਬੋਲ ਦਿੰਦੇ ਆ ਅਕਾਊਂਟਿੰਗ ਫੋਰ ਕੰਸਾਈਨਮੈਂਟ। ਹੁਣ ਦੇਖੋ ਇੰਪੋਰਟੈਂਟ ਚੀਜ਼ ਕਿ ਕੰਸਾਈਨਮੈਂਟ ਔਰ ਸੇਲਸ ਦੇ ਵਿੱਚ ਕੀ ਡਿਫਰੈਂਸ ਹੈ, ਐਕਚੁਅਲ ਦੇ ਵਿੱਚ ਡਿਫਰੈਂਸ ਕੀ ਹੈ ਇਹਨਾਂ ਦੋਨਾਂ ਦੇ ਵਿੱਚ, ਉਹ ਦੇਖਣਾ ਆਪਾਂ। ਦੇਖੋ, ਇਨ ਕੇਸ ਆਫ ਸੇਲ ਦ ਲੀਗਲ ਓਨਰਸ਼ਿਪ ਆਫ ਗੁੱਡਸ, ਠੀਕ ਹੈ, ਜੋ ਲੀਗਲ ਓਨਰਸ਼ਿਪ ਹੈ ਗੁੱਡਸ ਦੀ ਉਹ ਸੇਲ ਤੋਂ ਬਾਅਦ ਟ੍ਰਾਂਸਫਰ ਹੋ ਜਾਏਗੀ ਪਰਚੇਜ਼ਰ ਦੇ ਉੱਤੇ। ਠੀਕ ਹੈ, ਜਿੱਦਾਂ ਦੇਖੋ ਮੈਂ ਏਸੀ ਲੈਣ ਗਈ ਸ਼ੋਰੂਮ 'ਚ, ਜਦ ਤੱਕ ਉਹ ਸ਼ੋਰੂਮ ਦੇ ਵਿੱਚ ਪਿਆ ਉਹਦਾ ਮਾਲਿਕ ਉਹ ਸ਼ੋਰੂਮ ਦਾ ਮਾਲਿਕ ਹੈ, ਪਰ ਜਦੋਂ ਮੈਂ ਉਹਨੂੰ ਖਰੀਦ ਲਿਆ ਤਾਂ ਉਹਦਾ ਮਾਲਿਕ ਕੌਣ ਹੋ ਜਾਏਗਾ, ਮੈਂ ਹੋ ਜਾਊਂਗੀ, ਪਰਚੇਜ਼ਰ ਹੋ ਜਾਏਗਾ। ਤਾਂ ਸੇਲ ਦੇ ਕੇਸ ਦੇ ਵਿੱਚ ਓਨਰਸ਼ਿਪ ਟ੍ਰਾਂਸਫਰ ਹੋ ਜਾਂਦੀ ਹੈ। ਠੀਕ ਹੈ, ਇੱਕ ਡਿਫਰੈਂਸ ਇਹ ਹੈ। ਪਰ ਕੰਸਾਈਨਮੈਂਟ ਦੇ ਕੇਸ ਦੇ ਵਿੱਚ ਲੀਗਲ ਓਨਰਸ਼ਿਪ ਟ੍ਰਾਂਸਫਰ ਨਹੀਂ ਹੁੰਦੀ ਕੰਸਾਈਨੀ ਨੂੰ। ਵੇਅਰ ਐਜ਼ ਇਨ ਕੇਸ ਆਫ ਕੰਸਾਈਨਮੈਂਟ ਆਫ ਗੁੱਡਸ, ਕੰਸਾਈਨਮੈਂਟ ਆਫ ਗੁੱਡਸ ਦੇ ਟਾਈਮ 'ਤੇ ਓਨਰਸ਼ਿਪ ਚੇਂਜ ਨਹੀਂ ਹੁੰਦੀ। ਮੈਂ ਪਹਿਲਾਂ ਵੀ ਦੱਸਿਆ ਹੈ, ਕੰਸਾਈਨਰ ਔਰ ਕੰਸਾਈਨੀ, ਕੰਸਾਈਨਰ ਨੇ ਸਮਾਨ ਸਿਰਫ ਪਰਪਸ ਕੀ ਆ, ਉਹਦਾ ਸਮਾਨ ਵਿਕਵਾ ਦੇ ਮੇਰਾ। ਤਾਂ ਜਦੋਂ ਉਹਨੇ ਕੰਸਾਈਨੀ ਨੂੰ ਸਮਾਨ ਭੇਜਿਆ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਦੀ ਲੀਗਲ ਓਨਰਸ਼ਿਪ ਟ੍ਰਾਂਸਫਰਡ ਹੋ ਗਈ। ਠੀਕ ਹੈ, ਇਹਦਾ ਮਤਲਬ ਇਹ ਨਹੀਂ ਹੈ, ਨਾਟ ਟ੍ਰਾਂਸਫਰ ਟੂ ਦ ਕੰਸਾਈਨੀ। ਕੰਸਾਈਨੀ ਕੋਲ ਉਹ ਓਨਰਸ਼ਿਪ ਨਹੀਂ ਜਾਊਗੀ, ਕੰਸਾਈਨਰ ਦੇ ਕੋਲ ਹੀ ਰਹੂਗੀ ਓਨਰਸ਼ਿਪ, ਬਟ ਦ ਓਨਰਸ਼ਿਪ ਆਫ ਦ ਗੁੱਡਸ ਰਿਮੇਨ ਵੈਸਟਡ ਇਨ ਦ ਕੰਸਾਈਨਰ। ਕੰਸਾਈਨਰ ਕੋਲ ਰਹੂਗੀ, ਪਰ ਕਦੋਂ ਤੱਕ ਰਹੂਗੀ, ਜਦੋਂ ਤੱਕ ਗੁੱਡਸ ਨੂੰ ਵੇਚ ਨਹੀਂ ਦਿੰਦਾ ਕੰਸਾਈਨੀ। ਜਦੋਂ ਗੁੱਡਸ ਕੰਸਾਈਨੀ ਨੇ ਵੇਚਤੇ ਓਨਰਸ਼ਿਪ ਉਹਦੀ ਪਰਚੇਜ਼ਰ ਕੋਲ ਚਲ ਜਾਏਗੀ ਜਿਹਨੇ ਗੁੱਡਸ ਨੂੰ ਖਰੀਦਿਆ। ਆਈ ਹੋਪ ਤੁਹਾਨੂੰ ਇਹ ਡਿਫਰੈਂਸ ਕਲੀਅਰ ਹੈ, ਕਿਉਂਕਿ ਇੰਪੋਰਟੈਂਟ ਚੀਜ਼ ਹੈ, ਮੈਂ ਤਾਂ ਇਹਦੇ ਉੱਤੇ ਜ਼ੋਰ ਪਾ ਰਹੀ ਹਾਂ। ਨੈਕਸਟ ਦੇਖੋ, in case of sale of goods the relationship between the seller and the purchaser of good is that the creditor and debtor। ਠੀਕ ਹੈ, ਸੇਲ ਦੇ ਟਾਈਮ 'ਤੇ ਜਦੋਂ ਮੇਰਾ ਸੈਲਰ ਔਰ ਪਰਚੇਜ਼ਰ ਹੈ ਉਹਨਾਂ ਦਾ ਰਿਲੇਸ਼ਨਸ਼ਿਪ ਕੀ ਹੋਏਗਾ, ਕ੍ਰੈਡੀਟਰਸ ਔਰ ਡੈਟਰਸ ਦਾ। ਡੈਟਰਸ ਮਤਲਬ ਜਿਹਦੇ ਤੋਂ ਪੈਸੇ ਲੈਣੇ, ਕ੍ਰੈਡੀਟਰਸ ਮਤਲਬ ਜਿਹਨੇ ਸਾਮਾਨ ਦੇਣਾ। ਠੀਕ ਹੈ, ਸੈਲਰ ਕੀ ਹੋ ਗਿਆ, ਕ੍ਰੈਡੀਟਰ ਕਿ ਉਹਨੇ ਸਾਮਾਨ ਦੇਣਾ ਹੈ ਪਰਚੇਜ਼ਰ ਨੂੰ। ਪਰਚੇਜ਼ਰ ਕੀ ਹੋ ਗਿਆ, ਡੈਟਰ ਕਿਉਂਕਿ ਉਹਨੇ ਸਾਮਾਨ ਦੇ ਬਦਲੇ ਕੀ ਦੇਣਾ, ਪੈਸਾ ਦੇਣਾ। ਤਾਂ ਸੇਲਸ ਦੇ ਕੇਸ ਦੇ ਵਿੱਚ ਸੈਲਰ ਔਰ ਪਰਚੇਜ਼ਰ ਕੀ ਹੋ ਗਏ, ਡੈਟਰਸ ਜਾਂ ਫਿਰ ਕ੍ਰੈਡੀਟਰਸ। ਬਟ ਕੰਸਾਈਨਮੈਂਟ ਦੇ ਕੇਸ ਦੇ ਵਿੱਚ ਕੰਸਾਈਨਰ ਔਰ ਕੰਸਾਈਨੀ ਕੀ ਹੋ ਗਏ, ਪ੍ਰਿੰਸੀਪਲ ਔਰ ਏਜੰਟ। ਕੰਸਾਈਨਰ ਕੀ ਹੋ ਜਾਊਗਾ, ਕੰਸਾਈਨਰ ਕੀ ਹੋ ਜਾਊਗਾ, ਪ੍ਰਿੰਸੀਪਲ। ਠੀਕ ਹੈ, ਤਾਂ ਤੁਹਾਡੇ ਕੋਲ ਪੁੱਛਿਆ ਜਾ ਸਕਦਾ ਹੈ ਕਿ ਦੱਸੋ ਕੰਸਾਈਨਰ ਇਸ ਕੇਸ ਦੇ ਵਿੱਚ ਕੀ ਹੈ, ਤਾਂ ਕੰਸਾਈਨਰ ਕੀ ਹੈ, ਪ੍ਰਿੰਸੀਪਲ। ਇਹਦਾ ਏਜੰਟ ਕੌਣ ਹੋ ਜਾਏਗਾ, ਕੰਸਾਈਨੀ, ਤੇ ਕੰਸਾਈਨੀ ਕੀ ਹੋ ਜਾਏਗਾ, ਏਜੰਟ। ਇਹਨਾਂ ਦਾ ਰਿਲੇਸ਼ਨਸ਼ਿਪ ਕੀ ਹੋਏਗਾ, ਪ੍ਰਿੰਸੀਪਲ ਔਰ ਏਜੰਟ ਵਾਲਾ। ਨੈਕਸਟ ਦੇਖੋ, ਥਰਡ ਪੁਆਇੰਟ, ਇਨ ਕੰਸਾਈਨਮੈਂਟ ਐਕਸਪੈਂਸਿਸ ਇੰਕਰਡ ਬਾਈ ਕੰਸਾਈਨੀ। ਕੰਸਾਈਨਮੈਂਟ ਦੇ ਅੰਦਰ ਜਿੰਨਾ ਵੀ ਖਰਚਾ ਕੰਸਾਈਨੀ ਨੇ ਬੇਅਰ ਕੀਤਾ,
ਕੰਸਾਈਨੀ ਨੇ ਇਨਕਰ ਕੀਤਾ ਇਨ ਕਨੈਕਸ਼ਨ ਵਿਦ ਦ ਗੁੱਡਸ ਕੰਸਾਈਨ ਟੂ ਹਿਮ। ਜੋ ਵੀ ਗੁੱਡਸ ਉਹਨੂੰ ਕੰਸਾਈਨ ਕੀਤੇ ਗਏ ਹੈ ਉਹ ਸਾਰੇ ਦੇ ਸਾਰੇ ਕੌਣ ਬੋਨ ਕਰੇਗਾ? ਕੰਸਾਈਨਰ ਬੋਨ ਕਰੇਗਾ। ਠੀਕ ਹੈ, ਮੰਨ ਲਓ ਹੁਣ ਇਹ ਕੰਸਾਈਨਰ ਸੀਗਾ, ਇਹਨੇ ਸਮਾਨ ਭੇਜਿਆ ਕੰਸਾਈਨਮੈਂਟ ਵਾਸਤੇ ਇਸ ਪਰਸਨ ਨੂੰ, ਆਪਣੇ ਏਜੰਟ ਨੂੰ। ਹੁਣ ਏਜੰਟ ਨੇ ਮੰਨ ਲਓ ਇੱਕ ਐਗਜ਼ਾਮਪਲ, ਲੁਧਿਆਣੇ ਤੋਂ ਸਮਾਨ ਭੇਜਿਆ ਗਿਆ ਚੰਡੀਗੜ੍ਹ। ਹੁਣ ਚੰਡੀਗੜ੍ਹ 'ਚ ਜਦੋਂ ਸਮਾਨ ਪਹੁੰਚਿਆ ਤਾਂ ਉਸ ਸਮਾਨ ਨੂੰ ਕਲੈਕਟ ਕਰਨ ਵਾਸਤੇ ਕੁਝ ਖਰਚੇ ਬੇਅਰ ਕੀਤੇ ਹੋਣੇ ਕੰਸਾਈਨੀ ਨੇ, ਜਿੱਦਾਂ ਲੋਡਿੰਗ ਅਨਲੋਡਿੰਗ ਚਾਰਜਿਸ ਹੋ ਗਏ, ਫਰੇਟ ਚਾਰਜਿਸ ਹੋ ਗਏ, ਇਹ ਕੁਝ ਖਰਚੇ ਬੇਅਰ ਕੀਤੇ ਹੋਣੇ ਇਸ ਪਰਸਨ ਨੇ ਉਸ ਟਾਈਮ 'ਤੇ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਖਰਚੇ ਸਿਰਫ ਔਰ ਸਿਰਫ ਕੰਸਾਈਨੀ ਪੇ ਕਰੇਗਾ, ਨਹੀਂ। ਮਾਲਿਕ ਕੌਣ ਹੈ? ਕੰਸਾਈਨਰ ਹੈ। ਤਾਂ ਉਹ ਸਾਰੇ ਖਰਚੇ ਜੋ ਵੀ ਕੰਸਾਈਨੀ ਨੇ ਪੇ ਕੀਤੇ ਹੈ ਉਹ ਸਾਰੇ ਕੌਣ ਬੀਅਰ ਕਰੇਗਾ? ਕੰਸਾਈਨਰ ਬੀਅਰ ਕਰੇਗਾ। ਇੱਥੇ ਇਹੀ ਲਿਖਿਆ ਯੂਜਲੀ ਬੋਰਨ ਬਾय ਦ ਕੰਸਾਈਨਰ। ਵੇਅਰ ਐਜ਼ ਇਨ ਕੇਸ ਆਫ ਸੇਲ ਜਿੰਨੇ ਵੀ ਐਕਸਪੈਂਸਿਸ ਹੋ ਗਏ ਆਫਟਰ ਸੇਲਸ ਜਿੰਨੇ ਵੀ ਐਕਸਪੈਂਸਿਸ ਉਹ ਪਰਚੇਜ਼ਰ ਹੀ ਬੀਅਰ ਕਰਦਾ ਹੈ। ਉਸ ਤੋਂ ਬਾਅਦ ਦੇਖੋ, ਇਨ ਕੇਸ ਆਫ ਕੰਸਾਈਨਮੈਂਟ ਰਿਸਕ ਅਟੈਚ ਟੂ ਦ ਗੁੱਡਸ ਐਂਡ ਲਾਈਜ਼ ਵਿਦ ਦ ਕੰਸਾਈਨਰ। ਜਿਹੜਾ ਕੰਸਾਈਨਮੈਂਟ ਵਾਲਾ ਕਨਸੈਪਟ ਹੈ ਉਹਦੇ ਵਿੱਚ ਹਜੇ ਗੁੱਡਸ ਸਿਰਫ ਭੇਜੇ ਗਏ ਹੈ ਕੰਸਾਈਨੀ ਨੂੰ। ਠੀਕ ਹੈ, ਕੰਸਾਈਨੀ ਨੂੰ ਸਿਰਫ ਭੇਜੇ ਗਏ ਹੈ ਕੰਸਾਈਨਰ ਵੱਲੋਂ। ਤਾਂ ਇਸ ਗੁੱਡਸ ਦੇ ਉੱਤੇ ਜਿੰਨਾ ਵੀ ਰਿਸਕ ਹਜੇ ਅਟੈਚ ਹੈ, ਟਰਾਂਸਪੋਰਟ ਦੇ ਵਿੱਚ ਜਾ ਰਹੇ ਆ, ਮੰਨ ਲਓ ਕੁਛ ਵੀ ਐਕਸੀਡੈਂਟ ਹੋ ਗਿਆ, ਕੁਛ ਵੀ ਚੀਜ਼ ਹੋ ਗਈ, ਥੈਫਟ ਹੋ ਗਿਆ, ਕੁਛ ਵੀ ਹੋ ਗਿਆ, ਤਾਂ ਉਹ ਸਾਰਾ ਦਾ ਸਾਰਾ ਰਿਸਕ ਕੌਣ ਬੇਅਰ ਕਰੂਗਾ? ਕੰਸਾਈਨਰ ਬੇਅਰ ਕਰੂਗਾ, ਨਾ ਕਿ ਕੰਸਾਈਨੀ। ਪਰ ਸੇਲਸ ਦੇ ਕੇਸ ਦੇ ਵਿੱਚ ਰਿਸਕ ਜਿਹੜਾ ਹੈ ਔਰ ਗੁੱਡਸ ਸੋਲਡ ਇਜ਼ ਟਰਾਂਸਫਰਡ, ਉਹ ਟਰਾਂਸਫਰਡ ਹੋ ਜਾਂਦਾ ਹੈ। ਸੇਲਸ ਤੋਂ ਪਹਿਲਾਂ ਜਿੰਨਾ ਵੀ ਰਿਸਕ ਹੈ ਉਹ ਸਾਰਾ ਕੌਣ ਚੱਕੂਗਾ? ਸੈਲਰ ਚੱਕੂਗਾ। ਪਰ ਸੇਲਸ ਤੋਂ ਬਾਅਦ ਜਿੰਨਾ ਵੀ ਰਿਸਕ ਹੈ, ਹੁਣ ਜੇ ਮੈਂ ਏਸੀ ਵਾਲਾ ਐਗਜ਼ਾਮਪਲ ਦਿੱਤਾ, ਹੁਣ ਮੈਂ ਏਸੀ ਨੂੰ ਆਪਣੇ ਘਰ ਤੱਕ ਲਿਆਉਣਾ, ਹੁਣ ਉਹ ਮੇਰੀ ਜ਼ਿੰਮੇਵਾਰੀ ਹੈ ਕਿ ਜੇ ਉਹਨੂੰ ਰਸਤੇ 'ਚ ਕੁਛ ਵੀ ਹੁੰਦਾ ਹੈ ਤਾਂ ਉਹ ਨੁਕਸਾਨ ਮੇਰਾ ਹੈ, ਮੈਂ ਭੁਗਤਣਾ ਉਹ ਨੁਕਸਾਨ, ਨਾ ਕਿ ਸੈਲਰ ਨੇ। ਓਕੇ, ਨੈਕਸਟ ਦੇਖੋ, ਇਨ ਕੇਸ ਆਫ ਕੰਸਾਈਨਮੈਂਟ ਰਿਟਰਨ ਆਫ ਗੁੱਡ ਇਜ਼ ਪੋਸੀਬਲ। ਕੰਸਾਈਨਮੈਂਟ ਦੇ ਕੇਸ ਦੇ ਵਿੱਚ ਰਿਟਰਨ ਆਫ ਗੁੱਡ ਪੋਸੀਬਲ ਹੈ। ਅਗਰ ਕੁਛ ਖਰਾਬ ਹੋ ਜਾਂਦੇ, ਡਿਫੈਕਟ ਹੋ ਜਾਂਦੇ ਕੰਸਾਈਨੀ ਕੋਲ ਪਏ ਉਹ ਕੰਸਾਈਨੀ ਵਾਪਿਸ ਕਰ ਸਕਦਾ ਹੈ ਕੰਸਾਈਨਰ। ਬਟ ਸੇਲ ਦੇ ਕੇਸ ਦੇ ਵਿੱਚ ਰਿਟਰਨ ਆਫ ਗੁੱਡਸ ਪੋਸੀਬਲ ਨਹੀਂ ਹੈ। ਆਫਟਰ ਸੇਲ ਤੋਂ ਬਾਅਦ ਰਿਟਰਨ ਨਹੀਂ ਕਰ ਸਕਦਾ ਪਰਚੇਜ਼ਰ ਆਪਣੇ ਗੁੱਡਸ ਸੈਲਰ ਨੂੰ। ਨੈਕਸਟ ਦੇਖੋ, ਇਨ ਕੇਸ ਆਫ ਕੰਸਾਈਨਮੈਂਟ ਅਕਾਊਂਟ ਆਫ ਸੇਲ ਇਜ਼ ਰਿਕੁਆਇਰਡ। ਹੁਣ ਕੰਸਾਈਨਮੈਂਟ ਦੇ ਕੇਸ ਦੇ ਵਿੱਚ ਇੱਕ ਆਪਾਂ ਡਾਕੂਮੈਂਟ ਟਾਈਪ ਬਣਾਉਂਦੇ ਹਾਂ, ਜਿਸ ਡਾਕੂਮੈਂਟ ਦਾ ਨਾਮ ਹੁੰਦਾ ਹੈ ਅਕਾਊਂਟ ਆਫ ਸੇਲ, ਜਿਹਦੇ ਵਿੱਚ ਸਾਰੀਆਂ ਡਿਟੇਲ ਚੀਜ਼ਾਂ ਲਿਖੀਆਂ ਹੁੰਦੀਆਂ ਕਿ ਇੰਨੇ ਗੁੱਡਸ ਵਿਕ ਗਏ, ਇੰਨੇ ਮੇਰੇ ਐਕਸਪੈਂਸਿਸ ਹੈ ਕੰਸਾਈਨੀ ਵੱਲੋਂ। ਔਰ ਕਿਹਦੇ ਵੱਲੋਂ ਬਣਦਾ? ਕੰਸਾਈਨੀ ਵੱਲੋਂ। ਮੈਂ ਅੱਗੇ ਡਿਟੇਲ ਦੇ ਵਿੱਚ ਦੱਸੀ ਆ। ਔਰ ਇਹ ਰਿਕੁਆਇਰਡ ਹੁੰਦਾ, ਇਹ ਜ਼ਰੂਰੀ ਹੁੰਦਾ ਹੈ ਕਿ ਆਪਾਂ ਪੀਰੀਓਡਿਕਲੀ ਇਹਨੂੰ ਸਬਮਿਟ ਕਰਾਉਣਾ ਹੈ ਕੰਸਾਈਨਰ ਨੂੰ। ਕੰਸਾਈਨਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਅਕਾਊਂਟ ਆਫ ਸੇਲਸ ਬਣਾ ਕੇ ਕੰਸਾਈਨਰ ਨੂੰ ਜਮ੍ਹਾਂ ਕਰਵਾਵੇ ਪੀਰੀਓਡਿਕਲੀ। ਬਟ ਇੱਦਾਂ ਦਾ ਕੁਛ ਵੀ ਸੇਲਸ ਦੇ ਕੇਸ ਦੇ ਵਿੱਚ ਨਹੀਂ ਹੁੰਦਾ। ਠੀਕ ਹੈ, ਇਹ ਇੱਕ ਡਿਫਰੈਂਸ ਹੋ ਗਿਆ। ਨੈਕਸਟ ਦੇਖੋ, in case of consignment unsold goods with consignee will be treated as a stock of the consignor। ਕਹਿੰਦੇ ਕੰਸਾਈਨਮੈਂਟ ਦੇ ਕੇਸ ਦੇ ਵਿੱਚ ਜੇ ਕੁਛ ਸਮਾਨ ਨਹੀਂ ਵਿਕਿਆ, ਕੰਸਾਈਨੀ ਦੀ ਸਾਈਡ ਦੇ ਉੱਤੇ ਹਜੇ ਵੀ ਪਿਆ ਕੁਛ ਸਮਾਨ, ਤਾਂ ਉਹ ਕੀ ਹੋ ਜਾਏਗਾ? ਅਨਸੋਲਡ ਸਟਾਕ ਹੋ ਜਾਏਗਾ ਕੰਸਾਈਨਰ ਦਾ। ਠੀਕ ਹੈ, ਕਿਹਦਾ ਸਟਾਕ ਹੋ ਜਾਏਗਾ? ਕੰਸਾਈਨਰ ਦਾ। ਬਟ ਸੈਲਰ ਹੈਜ਼ ਨਥਿੰਗ ਟੂ ਡੂ ਵਿਦ ਅਨਸੋਲਡ ਗੁੱਡਸ ਆਫ ਦਾ ਬਾਇਰ। ਮੰਨ ਲਓ ਇੱਕ ਹੋਲਸੇਲਰ ਤੋਂ ਇੱਕ ਰਿਟੇਲਰ ਸਮਾਨ ਲੈ ਕੇ ਆਇਆ, ਹੁਣ ਉਹ ਰਿਟੇਲਰ ਪਰਚੇਜ਼ਰ ਹੈ ਹੋਲਸੇਲਰ ਦਾ। ਹੋਲਸੇਲਰ ਕੀ ਹੈ? ਸੈਲਰ ਹੈ। ਹੁਣ ਉਹਨੇ ਸਮਾਨ ਦੇ ਦਿੱਤਾ, ਉਸ ਤੋਂ ਬਾਅਦ ਉਸ ਹੋਲਸੇਲਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਕਿ ਅਗਰ ਉਸ ਰਿਟੇਲਰ ਦਾ ਸਮਾਨ ਨਹੀਂ ਵਿਕਿਆ, ਜੇ ਉਹਦਾ ਸਮਾਨ ਨਹੀਂ ਵਿਕਿਆ ਇਹਦਾ ਮਤਲਬ ਕੀ ਆ? ਉਹ ਅਨਸੋਲਡ ਗੁੱਡ ਕਿਹਦੇ ਹੋ ਜਾਓਗੇ? ਉਸ ਬਾਇਰ ਦੇ ਹੋ ਜਾਊਗੀ। ਨੈਕਸਟ ਦੇਖੋ, ਲਾਸਟ ਡਿਫਰੈਂਸ ਹੈ, ਇਨ ਕੇਸ ਆਫ ਸੇਲ ਇਫ ਗੁੱਡਸ ਆਰ ਲੋਸਟ ਆਫਟਰ ਡਿਲੀਵਰੀ ਟੂ ਦ ਬਾਇਰ ਇਟ ਇਜ਼ ਦ ਬਾਇਰ ਹੂ ਵਿਲ ਬੇਅਰ ਦ ਲੋਸ। ਕਹਿੰਦੇ ਡਿਲੀਵਰੀ ਤੋਂ ਬਾਅਦ ਅਗਰ ਸਮਾਨ ਖੋ ਜਾਵੇ ਸੇਲ ਦੇ ਕੇਸ ਦੇ ਵਿੱਚ, ਤਾਂ ਉਹਦਾ ਸਾਰਾ ਨੁਕਸਾਨ ਹੈ ਉਹ ਕੌਣ ਭੁਗਤੇਗਾ? ਬਾਇਰ ਭੁਗਤੇਗਾ। ਬਟ ਕੰਸਾਈਨਮੈਂਟ ਦੇ ਕੇਸ ਦੇ ਵਿੱਚ ਅਗਰ ਗੁੱਡ ਲੋਸਟ ਹੋ ਜਾਣ, ਕੰਸਾਈਨਰ ਵਿਲ ਬੇਅਰ ਦਾ ਲੋਸ, ਕਿਉਂਕਿ ਓਨਰ ਕੌਣ ਹੈ? ਹਜੇ ਵੀ ਕੰਸਾਈਨਰ ਹੈ, ਹਜੇ ਸਮਾਨ ਵਿਕਿਆ ਨਹੀਂ ਹੈ, ਤਾਂ ਕੰਸਾਈਨੀ ਦਾ ਇਹਦੇ ਵਿੱਚ ਕੁਛ ਲੈਣਾ ਦੇਣਾ ਨਹੀਂ ਹੈ। ਕੰਸਾਈਨੀ ਵੱਲੋਂ ਸਮਾਨ ਗੁੰਮ ਗਿਆ ਤਾਂ ਉਹਦੀ ਭੁਗਤਾਈ ਕੌਣ ਕਰੂਗਾ? ਕੰਸਾਈਨਰ ਕਰੂਗਾ, ਜੋ ਮਾਲਕ ਹੋਏਗਾ। ਨੈਕਸਟ ਇੰਪੋਰਟੈਂਟ ਚੀਜ਼ ਆਉਂਦੀ ਹੈ ਸਾਡੇ ਕੋਲ ਪ੍ਰੋਸੀਜਰ ਟੂ ਬੀ ਫੋਲੋਡ ਇਨ ਕੇਸ ਆਫ ਕੰਸਾਈਨਮੈਂਟ। ਕਿ ਆਪਾਂ ਪ੍ਰੋਸੀਜਰ ਕੀ ਫੋਲੋ ਕਰਨਾ ਹੈ? ਸਭ ਤੋਂ ਪਹਿਲਾ ਪ੍ਰੋਸੀਜਰ ਕੀ ਸਟੈਪ ਕੀ ਹੈ? ਸੈਂਡਿੰਗ ਆਫ ਗੁੱਡਸ। ਕੰਸਾਈਨਮੈਂਟ ਉਦੋਂ ਸਟਾਰਟ ਹੋਏਗਾ ਜਦੋਂ ਗੁੱਡਸ ਨੂੰ ਸੈਂਡ ਕੀਤਾ ਜਾਏਗਾ ਕੰਸਾਈਨਰ ਵੱਲੋਂ। ਠੀਕ ਹੈ, ਕੰਸਾਈਨਰ ਵੱਲੋਂ ਕੰਸਾਈਨੀ ਨੂੰ ਗੁੱਡਸ ਨੂੰ ਸੈਂਡ ਕਰਨਾ, ਜਿਹਨੂੰ ਆਪਾਂ ਬੋਲਦੇ ਹਾਂ ਗੁੱਡ ਸੈਂਟ ਔਨ ਕੰਸਾਈਨਮੈਂਟ। ਕੰਸਾਈਨਰ ਕੌਣ ਹੈ? ਓਨਰ। ਭੇਜਿਆ ਕਿਹਨੂੰ ਜਾਊਗਾ? ਕੰਸਾਈਨੀ ਨੂੰ, ਜੋ ਹੋਏਗਾ ਏਜੰਟ ਫੋਰ ਸੇਲ, ਵੇਚਣ ਵਾਸਤੇ।
ਗੁੱਡਸ ਮੇ ਬੀ ਸੈਂਟ ਐਟ, ਕਹਿੰਦੇ ਗੁੱਡਸ ਨੂੰ ਕੋਸਟ ਪ੍ਰਾਈਸ ਦੇ ਉੱਤੇ ਵੀ ਭੇਜਿਆ ਜਾ ਸਕਦਾ ਹੈ, ਇਨਵੋਇਸ ਪ੍ਰਾਈਸ ਦੇ ਉੱਤੇ ਵੀ ਭੇਜਿਆ ਜਾ ਸਕਦਾ ਹੈ। ਇਨਵੋਇਸ ਪ੍ਰਾਈਸ ਦਾ ਮਤਲਬ ਹੈ ਉਹ ਪ੍ਰਾਈਸ ਜਿਹਦੇ ਵਿੱਚ ਕੋਸਟ ਅਤੇ ਪ੍ਰੋਫਿਟ ਮਾਰਜਨ ਦੋਨੋਂ ਰੱਖ ਕੇ ਸੈੱਟ ਕੀਤਾ ਜਾਂਦਾ ਹੈ, ਉਹ ਵਾਲਾ ਪ੍ਰਾਈਸ 'ਤੇ ਵੀ ਭੇਜਿਆ ਜਾ ਸਕਦਾ ਹੈ ਕੰਸਾਈਨੀ ਨੂੰ, ਅਤੇ ਕੋਸਟ ਪ੍ਰਾਈਸ 'ਤੇ ਵੀ ਭੇਜਿਆ ਜਾ ਸਕਦਾ ਹੈ ਜਿਸ ਪ੍ਰਾਈਸ 'ਤੇ ਉਹ ਬਣਿਆ। ਉਸ ਤੋਂ ਬਾਅਦ ਇੱਕ ਡਾਕੂਮੈਂਟ ਹੁੰਦਾ ਸਾਡੇ ਕੋਲ ਪ੍ਰੋਫੋਰਮਾ ਇਨਵੋਇਸ, ਠੀਕ ਹੈ। ਸਿਰਫ ਔਰ ਸਿਰਫ ਇਹ ਇੱਕ ਇਨਫੋਰਮੇਸ਼ਨ ਨੋਟ ਹੁੰਦਾ ਹੈ ਜਾਂ ਫਿਰ ਉਹਨੂੰ ਆਪਾਂ ਕਹਿ ਸਕਦੇ ਹਾਂ ਐਡਵਾਈਸ ਨੋਟ ਹੁੰਦਾ ਹੈ। ਯਾਦ ਰੱਖਣਾ ਪ੍ਰੋਫੋਰਮਾ ਇਨਵੋਇਸ ਕੀ ਹੁੰਦਾ ਹੈ, ਐਡਵਾਈਸ ਨੋਟ ਜਾਂ ਫਿਰ ਇਨਫੋਰਮੇਸ਼ਨ ਨੋਟ, ਸਿਰਫ ਜਿਹਦੇ ਵਿੱਚ ਇੰਨਾ ਡਿਟੇਲ ਲਿਖਿਆ ਹੁੰਦੀਆਂ ਔਰ ਇਹ ਭੇਜਦਾ ਕੌਣ ਹੈ ਯਾਦ ਰੱਖਣਾ, ਠੀਕ ਹੈ। ਕੰਸਾਈਨਰ ਭੇਜਦਾ ਹੈ ਕੰਸਾਈਨੀ ਨੂੰ, ਕੀ ਚੀਜ਼ ਭੇਜੇਗਾ, ਪ੍ਰੋਫੋਰਮਾ ਇਨਵੋਇਸ, ਜਿਹਦੇ ਵਿੱਚ ਕੀ ਲਿਖਿਆ ਹੋਏਗਾ ਕਿ ਕੀ ਗੁੱਡਸ ਹੈ, ਕਿੰਨੀ ਕੁਆਂਟਿਟੀ ਹੈ, ਕਿੰਨਾ ਫਰੇਟ ਚਾਰजेस ਹੈ, ਕਿੰਨਾ ਇਹ ਹੈ, ਸਭ ਕੁਝ ਮਤਲਬ ਸਿਰਫ ਡਿਟੇਲ ਲਿਖੀ ਹੋਏਗੀ ਉਹ ਗੁੱਡਸ ਦੇ ਬਾਰੇ, ਜੋ ਕੰਸਾਈਨਰ ਸੈਂਡ ਕਰੇਗਾ ਕੰਸਾਈਨੀ ਨੂੰ, ਤਾਂ ਕਿ ਉਹ ਮੈਚ ਕਰ ले कि ਇੰਨਾ ਸਮਾਨ ਮੇਰੇ को ਪਹੁੰਚ ਗਿਆ ਕਿ ਨਹੀਂ ਪਹੁੰਚਿਆ, ਠੀਕ ਹੈ। ਸਿਰਫ ਇੱਕ ਇਨਫੋਰਮੇਸ਼ਨ ਨੋਟ ਹੈ, ਯਾਦ ਰੱਖਣਾ ਇਨਫੋਰਮੇਟਿਵ ਨੋਟ ਹੈ, ਹੋਰ ਕੁਛ ਵੀ ਨਹੀਂ। ਨੈਕਸਟ ਦੇਖੋ, द कंसाइनर मे स्पेंड सम एक्सपेंसिस, उस तो बाद कंसाइनर ने कुछ खर्चे बेयर किए होंगे, लोडिंग चार्जेस, इंश्योरेंस, फ्रेट ये वगैरह, दीज आर एडिड टू द कंसाइनमेंट अकाउंट, इनू भी ऐड किया जाएगा कंसाइनमेंट अकाउंट के विच, क्योंकि ये नाल जड़ी है कॉस्ट वो वध गई, कॉस्ट के विच ऐड किया जाएगा। ट्रांसपोर्ट चार्जेस, एडवरटाइजमेंट चार्जेस, जिन्ने भी चार्जेस हो गए वो सारे ये ऐड किए जाओगे। सैकेंड स्टैप है एक्सपेंसिस बाय कंसाइनी। हुण देखो पहला कंसाइनर इन्हें समान भेजिया, ठीक है, हजे समान रस्ते च सी, इन्हें जिन्ना भी एक्सपेंस बेयर करेगा वो कौन करेगा, कंसाइनी करेगा। जिदा ट्रांसपोर्ट चार्जेस, फ्रेट चार्जेस, लोडिंग चार्जेस, इंश्योरेंस चार्जेस सारे कौन बेयर करेगा, कंसाइनर बेयर करेगा। और ये इस समान दे नाल एक इनू कंसाइनी नू की भेजेगा, याद रखना कंसाइनी नू की भेजेगा, प्रोफोर्मा इनवॉइस, जिहदे विच इस समान की सारी डिटेल्स लिखी होएगी। हुण समान पहुँचता ये को पहुँच गया, ठीक है। हुण समान नू कलैक्ट करन वास्ते कंसाइनी ने कुछ एक्सपेंसिस किते हो गए, ये सैकेंड स्टैप है एक्सपेंसिस बाय कंसाइनी। हुण इस समान नू उतारन वास्ते कुछ खर्चा होया होएगा, उतार के इनू अपने जगह ते लैके जान वास्ते कंसाइनी ने कुछ खर्चा पाया होएगा, वो सारे खर्चे दी कंसाइनी ऑल्सो स्पेंड्स मनी ऑन अनलोडिंग, वेयर हाउसिंग, गोडाउन रेंट, एडवरटाइजमेंट एक्सेट्रा, दीज एक्सपेंसिस आर रिकवरेबल। हुण ये जिन्ने भी खर्चे कंसाइनी ने पे किते हैं इस समान नू अपनी जगह ते पहुँचाने वास्ते, एडवरटाइजमेंट वास्ते, जो भी खर्चा इन्हें किया वो सारा खर्चा यह कंसाइनर तो ले लेगा। ਇਹਦਾ मतलब कि कंसाइनी वाला जिन्ना भी खर्चा है वो रिकवरेबल है, मतलब वो वापस आ जाएगा। किदे तो वापस आएगा, कंसाइनर तो वापस आएगा, और कंसाइनमेंट अकाउंट के विच भी रिकॉर्ड किया जाएगा, ठीक है। कंसाइनर का खर्चा भी रिकॉर्ड किया जाएगा, कंसाइनी का भी खर्चा किया जाऊगा। बस फर्क इन्ना है, कंसाइनर वाला खर्चा भी कंसाइनर ने पे करना है, कंसाइनी वाला खर्चा भी कंसाइनर ने पे करना है। आई होप तुहानूं ये चीज़ां क्लीयर हो रही ने। नैक्सट देखो थर्ड स्टैप, कमीशन टू कंसाइनी। फ्री च तो काम करूगा नहीं ना कंसाइनी, उन्होंने उहदे बदले कुछ चाहिए होएगा, वो क्या होएगी, कमीशन, कि तू जिन्ना सामान बेचेगा वो पिछे तेनों इन्नी कमीशन मिलूगी, ठीक है। सिंस कंसाइनी सेल गुड्स ही अर्नस कमीशन ऑन सेल, जो भी वो सामान बेचेगा वो बदले उन्होंने कमीशन मिलेगी। कमीशन के टाइप्स याद रखनी है तुसी, वेरी 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 इंपॉर्टेंट चीज़ है, ठीक है। सब तो पहला आती है साडे कोल ऑर्डीनरी कमीशन, आम कमीशन, जो भी फिक्सड परसेंट होएगी, फिक्स इन्होंने की होएगी, तू इन्नी सेल्स करेगा तो तेनों इन्ना परसेंट मैं दे दूँगा, ठीक है, वो हो जाएगी ऑर्डीनरी कमीशन। नैक्सट आंदा साडे कोल डेलकैटरी कमीशन। हुण ये कमीशन किहड़ी हुंदी है, स्पैसीफिक हुंदी है, याद रखना है, ये बैड डेट्स के उत्ते दित्ती जाती है, फॉर टेकिंग द रिस्क ऑफ बैड डेट्स। हुण मान लो दोबारा तो वही डायग्राम ते आ जाते हैं, कंसाइनर, ठीक है, कंसाइनर ने कंसाइनी नू सामान बेचण वास्ते भेजा। हुण इन्हें वो सामान सेल किया मान लो 3 परसनस नू, ठीक है। हुण इनू दिता उन्हें कैश दे विच, कि इन्हें कैश दे विच सेल्स की, ये नाल भी कैश दे विच की, बट जिहड़ा तीजा परसन सी वो ये नोन दा सीगा, या कुछ भी रीज़न हो सकता है कि इनू इन्हें उधार दे उत्ते देती, क्रेडिट सेल्स करती, ठीक है, क्रेडिट सेल्स करती इस थर्ड परसन नू।
ਇਹਦਾ ਮਤਲਬ ਕੀ ਹੈ, ਉਹਨੇ ਕਿਹਾ ਕਿ ਮੈਂ ਤੈਨੂੰ ਇਸ ਦਿਨ ਪੈਸੇ ਦੇ ਦੂੰਗਾ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਦੇ ਦੂੰਗਾ, ਕਦੋਂ ਵੀ, ਕਿਉਂਕਿ ਇਹਨੂੰ ਜਾਣਦਾ ਸੀ। ਪਰ ਅਨਫੋਰਚੂਨੇਟਲੀ ਕਿ ਜਿਹੜਾ ਆ ਪਰਸਨ ਸੀਗਾ ਇਹ ਉਹਨੂੰ ਧੋਖਾ ਦੇ ਕੇ ਚਲਾ ਗਿਆ, ਇਹਨੇ ਪੈਸੇ ਨਹੀਂ ਦਿੱਤੇ। ਜਿਹੜੇ ਪੈਸੇ ਕੰਸਾਈਨੀ ਨੂੰ ਰਿਕਵਰ ਨਹੀਂ ਹੋਏ ਉਹ ਕੀ ਹੋ ਜਾਊਗੇ, ਬੈਡ ਡੈਟਸ ਹੋ ਜਾਊਗੇ, ਹੈ ਨਾ, ਖਰਾਬ ਡੈਟ। ਡੈਟਰਸ ਹੁੰਦੇ ਆ ਨਾ ਜਿਨ੍ਹਾਂ ਤੋਂ ਪੈਸੇ ਲੈਣੇ ਹੁੰਦੇ ਆ। ਹੁਣ ਆਹ ਪਰਸਨ ਸੀਗਾ ਜਿਹੜਾ ਥਰਡ ਪਰਸਨ, ਉਹ ਇਸ ਕੰਸਾਈਨੀ ਦਾ ਕੀ ਬਣ ਜਾਊਗਾ, ਡੈਟਰ ਬਣ ਜਾਊਗਾ। ਹੁਣ ਇਹ ਡੈਟਰ ਨੇ ਪੈਸੇ ਨਹੀਂ ਦਿੱਤੇ ਤਾਂ ਉਹ ਕੀ ਬਣ ਜਾਊਗਾ, ਬੈਡ ਡੈਟਸ ਬਣ ਜਾਊਗੇ। ਹੁਣ ਇਹਦਾ ਜਿਹੜਾ ਰਿਸਕ ਹੈ ਇਹ ਕੰਸਾਈਨਰ ਥੋੜ੍ਹੀ ਬੇਅਰ ਕਰੂਗਾ। ਕੰਸਾਈਨਰ ਨੂੰ ਤਾਂ ਪਤਾ ਵੀ ਨਹੀਂ ਇਹ ਚੀਜ਼ ਹੋ ਰਹੀ, ਉਹ ਤਾਂ ਚੀਜ਼ ਬਾਅਦ 'ਚੋਂ ਪਤਾ ਲੱਗੇਗੀ ਨਾ ਡਿਟੇਲ ਦੇ ਵਿੱਚ। ਹੁਣ ਆ ਜਿਹੜੇ ਬੈਡ ਡੈਟਸ ਹੈ ਇਹ ਸਾਰਾ ਰਿਸਕ ਕੌਣ ਕਵਰ ਕਰੇਗਾ, ਕੰਸਾਈਨੀ ਕਵਰ ਕਰੇਗਾ। ਅਤੇ ਇਹਦੇ ਵਾਸਤੇ ਕਿਉਂਕਿ ਬੈਡ ਡੈਟਸ ਕੌਣ ਕਵਰ ਕਰ ਰਿਹਾ, ਕੰਸਾਈਨੀ ਰਿਸਕ ਕੌਣ ਲੈ ਰਿਹਾ, ਕੰਸਾਈਨੀ ਲੈ ਰਿਹਾ। ਹੁਣ ਕੰਸਾਈਨੀ ਵਿਚਾਰਾ ਸਾਰਾ ਰਿਸਕ ਲੈ ਰਿਹਾ ਹੈ ਤਾਂ ਉਹਦੇ ਬਦਲੇ ਉਹਨੂੰ ਕੁਛ ਤਾਂ ਮਿਲਣਾ ਚਾਹੀਦਾ ਹੈ ਨਾ। ਤਾਂ ਉਹਦੇ ਬਦਲੇ ਜਿਹੜੀ ਐਕਸਟਰਾ ਕਮਿਸ਼ਨ ਮਿਲੇਗੀ ਨਾ ਬੈਡ ਡੈਟਸ ਦੇ ਬਦਲੇ, ਕਿ ਬੈਡ ਡੈਟਸ ਦਾ ਰਿਸਕ ਤੂੰ ਲਿਆ, ਚੱਲ ਥੋੜ੍ਹੀ ਜਿਹੀ ਮੈਂ ਤੈਨੂੰ ਐਕਸਟਰਾ ਕਮਿਸ਼ਨ ਦੇ ਦਿੰਦਾ, ਕੰਸਾਈਨਰ ਬੋਲੇਗਾ। ਉਸ ਕਮਿਸ਼ਨ ਨੂੰ ਕੀ ਬੋਲਦੇ ਹਾਂ ਆਪਾਂ, ਡੈਲ ਕੈਡਰੇ ਕਮਿਸ਼ਨ। ਆਈ ਹੋਪ ਤੁਹਾਨੂੰ ਇਹ ਚੀਜ਼ ਕਲੀਅਰ ਹੈ। ਬੈਡ ਡੈਟਸ ਦੇ ਰਿਸਕ ਚੁੱਕਣ ਦੇ ਬਦਲੇ ਜੋ ਕਮਿਸ਼ਨ ਦਿੱਤੀ ਜਾ ਰਹੀ ਹੈ ਉਹ ਹੋ ਜਾਏਗੀ ਡੈਲ ਕੈਡਰੇ ਕਮਿਸ਼ਨ। ਨੈਕਸਟ ਦੇਖੋ ਥਰਡ, ਓਵਰ ਰਾਈਡਿੰਗ ਕਮਿਸ਼ਨ। ਇੰਪੋਰਟੈਂਟ ਚੀਜ਼ਾਂ, ਇਹ ਟਰਮ ਇੰਪੋਰਟੈਂਟ ਨੇ, ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। ਓਵਰ ਰਾਈਡਿੰਗ ਕਮਿਸ਼ਨ ਕੀ ਹੈ, ਜਦੋਂ ਕੰਸਾਈਨਰ ਐਕਸਟਰਾ ਕਮਿਸ਼ਨ, ਇਹ ਵੀ ਐਕਸਟਰਾ ਕਮਿਸ਼ਨ ਹੈ, ਆਰਡੀਨਰੀ ਜੋ ਆਮ ਆਪਾਂ ਪੇ ਕਰ ਰਹੇ ਹਾਂ ਡੈਲ ਕੈਡਰੇ ਬੈਡ ਡੈਟਸ ਵਾਸਤੇ ਹੋ ਗਈ। ਓਵਰ ਰਾਈਡਿੰਗ ਕਮਿਸ਼ਨ ਕਿਹੜੀ ਹੋਏਗੀ, ਜੋ ਕੰਸਾਈਨਰ ਦੇਗਾ ਕੰਸਾਈਨੀ ਨੂੰ ਫॉर ਵਰਕਿੰਗ ਹਾਰਡ, ਜ਼ਿਆਦਾ ਮਿਹਨਤ ਨਾਲ ਕੰਮ ਕਰਨ ਲਈ, ਕਿ ਜਿਹੜਾ ਉਹਨਾਂ ਦੇ ਨਿਊ ਪ੍ਰੋਡਕਟ ਆਏ ਹੈ ਉਹਨੂੰ ਮਾਰਕੀਟ ਦੇ ਵਿੱਚ ਲਾਂਚ ਕਰਕੇ, ਮਾਰਕੀਟ ਦੇ ਵਿੱਚ ਐਡਵਰਟਾਈਜ਼ ਕਰਕੇ ਵੇਚਣ ਦੇ ਵਾਸਤੇ, ਉਹਨਾਂ ਦੀ ਸੇਲਸ ਇਨਕਰੀਜ਼ ਕਰਨ ਵਾਸਤੇ ਜੋ ਵੀ ਕਮਿਸ਼ਨ ਬਣੇਗੀ ਉਹ ਹੋਏਗੀ ਓਵਰ ਰਾਈਡਿੰਗ। ਠੀਕ ਹੈ, ਯਾਦ ਰੱਖਣਾ, ਜੋ ਐਕਸਟਰਾ ਵਰਕ ਵਾਸਤੇ, ਜੋ ਹਾਰਡ ਵਰਕ ਕਰਨ ਵਾਸਤੇ, ਜੋ ਪੁਸ਼ ਕਰਨ ਵਾਸਤੇ ਕਿ ਨਿਊ ਲਾਈਨ ਆਫ ਪ੍ਰੋਡਕਟ ਹੈ, ਜੋ ਵੀ ਮੰਨ ਲਓ ਟੀ ਸ਼ਰਟਸ ਬਣ ਰਹੀ ਸੀ ਪਹਿਲਾਂ, ਹੁਣ ਲੋਅਰ ਵੀ ਬਣ ਰਿਹਾ, ਹੁਣ ਉਸ ਲੋਅਰ ਨੂੰ ਮਾਰਕੀਟ ਦੇ ਵਿੱਚ ਵੇਚਣ ਵਾਸਤੇ ਜੋ ਵੀ ਮਿਹਨਤ ਕਰੂਗਾ ਨਾ ਕੰਸਾਈਨੀ, ਉਸ ਮਿਹਨਤ ਦੇ ਬਦਲੇ ਜੋ ਕਮਿਸ਼ਨ ਮਿਲੇਗੀ ਉਹ ਓਵਰ ਰਾਈਡਿੰਗ ਕਮਿਸ਼ਨ ਹੋਏਗੀ। ਸਟੈਪ 4 ਹੈ ਅਕਾਊਂਟਸ ਆਫ ਸੇਲ। ਹੁਣ ਯਾਦ ਰੱਖਣਾ, ਪ੍ਰੋਫੋਰਮਾ ਇਨਵੋਇਸ ਕੰਸਾਈਨਰ ਵੱਲੋਂ ਕੰਸਾਈਨੀ ਨੂੰ ਭੇਜਿਆ ਜਾਂਦਾ ਹੈ ਅਤੇ ਅਕਾਊਂਟ ਆਫ ਸੇਲਸ ਕੰਸਾਈਨੀ ਵੱਲੋਂ, ਠੀਕ ਹੈ, ਕੰਸਾਈਨੀ ਵੱਲੋਂ ਕੰਸਾਈਨਰ ਨੂੰ ਭੇਜਿਆ ਜਾਂਦਾ ਹੈ। ਇਹ ਚੀਜ਼ ਯਾਦ ਰੱਖਣਾ। ਸਿਰਫ ਇੱਦਾਂ ਦੇ ਹੀ ਕੁਐਸਚਨਸ ਬਣਨੇ ਆ ਕਿ ਜਿਹੜਾ ਅਕਾਊਂਟ ਆਫ ਸੇਲਸ ਆ ਉਹ ਕੌਣ ਬਣਾਉਂਦਾ ਹੈ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕੰਸਾਈਨੀ ਬਣਾਉਂਦਾ ਹੈ। ਕਿਹਨੂੰ ਸੈਂਡ ਕਰਦਾ ਹੈ, ਕੰਸਾਈਨਰ ਨੂੰ ਸੈਂਡ ਕਰਦਾ ਹੈ। ਅੱਗੇ ਆ ਜਾਓ, ਰੀਡ ਕਰ ਲੈਂਦੇ ਇੱਕ ਵਾਰੀ। ਆਫਟਰ ਅ ਪਰਟੀਕੂਲਰ ਫਿਕਸਡ ਪੀਰੀਅਡ, ਕਿਸੇ ਪਰਟੀਕੂਲਰ ਫਿਕਸਡ ਪੀਰੀਅਡ ਤੋਂ ਬਾਅਦ ਜਦੋਂ ਉਹਨੇ ਸੇਲਸ ਕਰ ਦਿੱਤੀਆਂ, ਵੈਨ ਗੁਡਸ ਕੰਸਾਈਨਸ ਆਰ ਸੋਲਡ ਬਾਈ ਦਾ ਕੰਸਾਈਨੀ, ਜਦੋਂ ਉਹਨੇ ਸੇਲਸ ਕਰ ਦਿੱਤੀਆਂ, ਦ ਕੰਸਾਈਨੀ ਇਜ਼ ਰਿਕੁਆਇਰਡ ਟੂ, ਕੰਸਾਈਨੀ ਨੂੰ ਕੀ ਕਰਨਾ ਪਏਗਾ, ਇੱਕ ਸਟੇਟਮੈਂਟ ਬਣਾ ਕੇ, ਉਸ ਸਟੇਟਮੈਂਟ ਨੂੰ ਕੀ ਬੋਲਿਆ ਜਾਏਗਾ, ਅਕਾਊਂਟ ਸੇਲਸ। ਉਸ ਸਟੇਟਮੈਂਟ ਨੂੰ ਬਣਾ ਕੇ ਕਿਹਨੂੰ ਸੈਂਡ ਕਰਨਾ ਪਊਗਾ, ਕੰਸਾਈਨਰ ਨੂੰ ਸੈਂਡ ਕਰਨਾ ਪਊਗਾ। ਉਸ ਸਟੇਟਮੈਂਟ ਦੇ ਵਿੱਚ ਕੀ ਕੀ ਹੋਏਗਾ ਉਹ ਦੇਖ ਲਓ। ਇਹਦੇ ਵਿੱਚ ਕੀ ਸ਼ੋ ਕੀਤਾ ਜਾਏਗਾ, ਕੁਆਂਟਿਟੀ ਔਰ ਕੁਆਲਿਟੀ ਆਫ ਗੁਡਸ, ਜਿੰਨੇ ਵੇਚੇ ਗਏ ਆ, ਜਿੰਨੇ ਪਏ ਆ ਉਹ ਨਹੀਂ, ਜਿੰਨੇ ਸੋਲਡ ਹੋ ਗਏ ਆ ਉਹ ਵਾਲੀਆਂ ਚੀਜ਼ਾਂ। ਜਿੰਨੇ ਬਈ ਗਰੋਸ ਪ੍ਰੋਸੀਡ, ਮਤਲਬ ਗਰੋਸ ਪ੍ਰੋਸੀਡ ਦਾ ਮਤਲਬ ਕੀ ਹੁੰਦਾ ਹੈ, ਟੋਟਲ ਸੇਲਸ, ਜਿੰਨੀ ਵੀ ਟੋਟਲ ਸੇਲਸ ਹੋਈ ਹੋਏਗੀ ਕੰਸਾਈਨੀ ਦੇ ਦੁਆਰਾ, ਅਤੇ ਉਹ ਪੈਸਾ ਜੋ ਕੰਸਾਈਨਰ ਨੇ ਹਜੇ ਪੇ ਕਰਨਾ ਹੈ ਕੰਸਾਈਨੀ ਨੂੰ, ਅਮਾਊਂਟ ਡਿਊ ਟੂ ਕੰਸਾਈਨਰ, ਡਿਡਕਟਿੰਗ ਕੰਸਾਈਨੀ ਐਕਸਪੈਂਸਿਸ, ਕੰਸਾਈਨਮੈਂਟ ਆਫ ਗੁਡਸ, ਇਹ ਸਾਰੇ ਐਕਸਪੈਂਸਿਸ ਡਿਡਕਟ ਕਰਨ ਤੋਂ ਬਾਅਦ, ਉਸ ਤੋਂ ਬਾਅਦ ਜਿੰਨੀ ਵੀ ਕਮਿਸ਼ਨ ਹੈ, ਜਾਂ ਤਾਂ ਜਿੰਨੀ ਕਮਿਸ਼ਨ ਕੰਸਾਈਨਰ ਨੇ ਦੇਣੀ ਆ ਉਹ ਵਾਲੀ ਪੇਬਲ ਵਾਲੀ, ਜਾਂ ਜਿੰਨੀ ਉਹਨੂੰ ਮਿਲ ਚੁੱਕੀ ਆ ਉਹ ਵਾਲੀ, ਉਹ ਸਾਰੀ ਡਿਟੇਲ ਇਹਦੇ ਵਿੱਚ ਲਿਖੀ ਹੋਏਗੀ ਇਸ ਸਟੇਟਮੈਂਟ ਦੇ ਵਿੱਚ। ਅੱਗੇ ਦੇਖੋ ਫਾਰਮੈਟ ਆਫ ਅਕਾਊਂਟ ਆਫ ਸੇਲਸ। ਠੀਕ ਹੈ, ਹੁਣ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕੀ ਕੀ ਚੀਜ਼ਾਂ ਹੋਣਗੀਆਂ, ਗਰੋਸ ਸੇਲਸ ਹੋ ਗਈ, ਕੁਆਂਟਿਟੀ ਹੋ ਗਈ, ਸਾਰੇ ਐਕਸਪੈਂਸਿਸ ਜਿੰਨੇ ਵੀ ਬੇਅਰ ਕੀਤੇ ਕੰਸਾਈਨਰ ਨੇ ਉਹ ਮਾਈਨਸ ਕੀਤੇ ਗਏ ਹੋ ਗਏ, ਕਮਿਸ਼ਨ ਅਗਰ ਰਿਸੀਵ ਹੋ ਗਈ ਹੋਈ ਆ ਉਹਨੂੰ ਜਿੰਨੀ ਰਿਸੀਵ ਹੋਣੀ ਆ ਉਹ ਸਾਰਾ ਲਿਖਿਆ ਹੋਏਗਾ ਅਤੇ ਕਿਹਨੂੰ ਭੇਜਿਆ ਜਾਏਗਾ, ਕੰਸਾਈਨਰ ਨੂੰ। ਹੁਣ ਇੱਕ ਵਾਰੀ ਇਹਦਾ ਫਾਰਮੈਟ ਦੇਖ ਲਓ ਕਿ ਆਏਗਾ ਨਹੀਂ, ਸਿਰਫ ਤੁਹਾਡੀ ਅੰਡਰਸਟੈਂਡਿੰਗ ਲਈ ਕਿ ਕਿੱਦਾਂ ਕਿਹੜੀ ਚੀਜ਼ ਲਿਖੀ ਹੋਏਗੀ। ਇਹ ਫਾਰਮੈਟ ਹੈਗਾ ਅਕਾਊਂਟ ਸੇਲਸ ਦਾ, ਕਿਹਦੇ ਉੱਤੇ, ਅਕਾਊਂਟ ਸੇਲਸ ਆਫ 100 ਟੇਬਲ ਫੈਨਸ ਉਹਨੇ ਵੇਚੇ ਹੈ। ਕਿੰਨੇ ਵੇਚੇ, ਸੁਰੇਸ਼ ਨੇ ਵੇਚੇ, ਉਹ ਕੌਣ ਹੋਏਗਾ, ਕੰਸਾਈਨੀ, ਐਂਡ ਕੰਪਨੀ ਆਫ ਦਿੱਲੀ ਫॉर द ਅਕਾਊਂਟ ਐਂਡ ਰਿਸਕ ਆਫ ਲਕਸ਼ਮੀ ਪ੍ਰਾਈਵੇਟ ਲਿਮਿਟਿਡ ਮੁੰਬਈ। ਠੀਕ ਹੈ, ਕਿਹਦੇ ਬਿਹਾਫ ਤੇ ਵੇਚੇ ਹੈ, ਲਕਸ਼ਮੀ ਪ੍ਰਾਈਵੇਟ ਲਿਮਿਟਿਡ ਦੇ ਬਿਹਾਫ ਤੇ। ਡੇਟ ਹੈ 25 ਜੂਨ 30। gross proceed from 100 table fans, gross proceed मतलब टोटल सेल्स,
100 ਟੇਬਲ ਫੈਨਸ ਵੇਚੇ ਹੈ 1000 ਰੁਪੀज़ ਦੇ ਉੱਤੇ। ਇੱਕ ਫੈਨ ਕਿੰਨੇ ਦਾ 1000 ਦਾ, ਤਾਂ 100 ਫੈਨ ਕਿੰਨੇ ਦੇ ਹੋ ਗਏ 1 ਲੱਖ ਦੇ। ਇਹ ਹੋ ਗਈ ਗ੍ਰੋਸ ਸੇल्स। ਲੈਸ ਕੀ ਕਰਨੇ ਜਿੰਨੇ ਵੀ ਕੰਸਾਈਨੀ ਨੇ ਐਕਸਪੈਂਸਿਸ ਬੇਅਰ ਕੀਤੇ ਹੋਗੇ। ਫਰੇਟ 900 ਦਾ, ਇੰਸ਼ੋਰੈਂਸ 650 ਦਾ, ਵੇਅਰ ਹਾਊਸ ਚਾਰजेस 800 ਦਾ, ਇਹ ਸਾਰੇ ਐਕਸਪੈਂਸਿਸ ਲੈਸ ਕਰੋਗੇ। ਉਸ ਤੋਂ ਬਾਅਦ ਜੋ ਵੀ ਕਮਿਸ਼ਨ ਉਹਨੂੰ ਮਿਲੀ ਹੋਏਗੀ 1 ਲੱਖ ਤੇ 5% ਦੀ ਉਹਨੂੰ ਕਮਿਸ਼ਨ ਮਿਲੀ ਹੈ, ਤਾਂ 5000 ਉਹਨੂੰ ਕਮਿਸ਼ਨ ਮਿਲੀ। ਆ ਸਾਰੇ ਖਰਚੇ ਤੁਸੀਂ ਐਡ ਕਰਕੇ ਕੰਸਾਈਨੀ ਵੱਲੋਂ ਉਹਨੂੰ ਮਾਈਨਸ ਕਰ ਦੋਗੇ ਟੋਟਲ ਪ੍ਰੋਸੀਡਸ ਦੇ ਵਿੱਚੋਂ, ਤਾਂ ਲੈਸ ਹੋ ਕੇ ਤੁਹਾਡੇ ਕੋਲ ਕਿੰਨਾ ਆਏਗਾ 92,650 ਰੁਪੀਜ਼। ਅਤੇ ਕੁਛ ਐਡਵਾਂਸ ਮਿਲਿਆ ਹੋਊਗਾ ਕਮਿਸ਼ਨ ਦਾ, ਤਾਂ ਉਹ ਐਡਵਾਂਸ ਤੁਸੀਂ ਲੈਸ ਕਰ ਦੋਗੇ ਜੋ ਵੀ ਕੰਸਾਈਨਰ ਵੱਲੋਂ ਕੰਸਾਈਨੀ ਨੂੰ ਮਿਲਿਆ ਹੋਏਗਾ। ਲੈਸ ਕਰਕੇ ਜਿੰਨਾ ਬੈਲੈਂਸ ਬਚਿਆ ਉਹ ਬੈਲੈਂਸ ਹੋਏਗਾ, ਅਤੇ ਇਹ ਡਰਾਫਟ ਕਿਹਨੂੰ ਭੇਜਿਆ ਜਾਏਗਾ ਕੰਸਾਈਨਰ ਨੂੰ ਭੇਜਿਆ ਜਾਏਗਾ ਕੰਸਾਈਨੀ ਵੱਲੋਂ ਕਿ ਮੇਰਾ ਇੰਨਾ ਪੈਸਾ ਰਹਿੰਦਾ, ਮੇਰਾ ਇੰਨਾ ਪੈਸਾ ਦੇ ਦਿਓ। ਆਈ ਹੋਪ ਤੁਹਾਨੂੰ ਪਤਾ ਲੱਗ ਗਿਆ। ਕੁਐਸਚਨ ਦੇ ਵਿੱਚ ਫਾਰਮੈਟ ਤਾਂ ਨਹੀਂ ਪੁੱਛਿਆ ਜਾਏਗਾ, ਸਿਰਫ ਇੰਨੀਆਂ ਚੀਜ਼ਾਂ ਪੁੱਛੀਆਂ ਜਾਊਗੀਆਂ। ਅਕਾਊਂਟ ਆਫ ਸੇਲਸ ਕੌਣ ਬਣਾਉਂਦਾ ਹੈ, ਅਕਾਊਂਟਸ ਆਫ ਸੇਲਸ ਬਣਾਉਂਦਾ ਹੈ ਕੰਸਾਈਨੀ। ਕਿਹਨੂੰ ਭੇਜਿਆ ਜਾਂਦਾ ਹੈ ਕੰਸਾਈਨਰ ਨੂੰ ਭੇਜਿਆ ਜਾਂਦਾ ਹੈ। ਉਹਦੇ ਵਿੱਚ ਕੁਛ ਡਿਟੇਲਸ ਜਿੱਦਾਂ ਕੁਆਂਟਿਟੀ, ਗ੍ਰੋਸ ਪ੍ਰੋਸੀਡਸ ਯਾਦ ਰੱਖਣਾ ਟੋਟਲ ਸੇਲਸ ਹੁੰਦੀ ਹੈ, ਠੀਕ ਹੈ। ਐਕਸਪੈਂਸਿਸ ਵਗੈਰਾ ਲੈਸ ਕਰਕੇ ਜੋ ਵੀ ਨੈਟ ਅਮਾਊਂਟ ਬਣੇਗਾ ਉਹ ਉਹਨੂੰ ਦਿਖਾਇਆ ਜਾਂਦਾ ਕਿ ਇੰਨਾ ਪੈਸਾ ਤੂੰ ਮੈਨੂੰ ਦੇਣਾ ਹੈ। ਕੰਸਾਈਨੀ ਵੱਲੋਂ ਦਿਖਾਇਆ ਜਾਂਦਾ ਕਿ ਕੰਸਾਈਨਰ ਨੇ ਇੰਨਾ ਪੈਸਾ ਮੈਨੂੰ ਦੇਣਾ। ਨੈਕਸਟ ਦੇਖੋ, ਨੈਕਸਟ है डिस्टिंक्शन बिटवीन अकाउंट सेल्स एंड प्रोफोमा इनवॉइस। वेरी इंपॉर्टेंट चीज़ कि कौन बनाता है, किदे वालों बनेगा, किनू भेजा जाएगा, ये करना है, ठीक है। ऊपर वाली सारिया चीज़ा आई होप तुहानू क्लीयर हो चुकिया होंगियां। हुण स्टार्ट करते हैं कि अकाउंट सेल्स की है, प्रोफोमा इनवॉइस की है। सब तो पहला है प्रिपरेशन एंड डिस्पैच, ठीक है। पहला पॉइंट है डिस्टिंक्शन का। अकाउंट सेल्स कौन बनाएगा कंसाइनी बनाऊगा, भेजा किनू जाएगा कंसाइनर नू। प्रोफोमा इनवॉइस कौन बनाऊगा कंसाइनर बनाऊगा, भेजा किनू जाएगा कंसाइनर, ठीक है। नैक्सट देखो सैकेंड कंटेंट कि अकाउंट सेल्स के विच की लिखा होएगा किन्ने गुड्स बिक गए, कंसाइनी दे किन्ने एक्सपेंसिस दी, उन्होंने किन्नी कमीशन मिली, ਉਹਦਾ किन्ना एडवांस सी, वो सारा डिडक्ट करके जो भी नैट बैलेंस होएगा जो कंसाइनर ने उन्होंने पे करना है वो शो किया जाता है ये, ठीक है। इट कंटेन्स द पर्टिकुलर्स ऑफ गुड्स, सिर्फ ये गुड्स की इन्फॉर्मेशन लिखी होंगी है कि इन्ने तेनों मैं सामान भेज रहा, इस कैटेगरी का है, इस क्वालिटी का है, तो ये भेजा जाता है कंसाइनर वालों कंसाइनर, ठीक है। ये कुछ एक्सपेंसिस वगैरह नहीं होंगे, सिर्फ इन्ना दसिया जाता है कि किस प्राइस के उत्ते गुड्स नूं किहड़े गुड्स नूं भेजा गया। नैक्सट है नेचर, एक स्टेटमेंट है, ये सिर्फ एक एडवाइस नोट है, ठीक है। सिर्फ और सिर्फ एक इन्फॉर्मेशन नोट है, याद रखना इन्फॉर्मेटिव नोट है जिहदे विच सिर्फ जानकारी होंदी है और कुछ नहीं, ये एक स्टेटमेंट है। नैक्सट है टाइम, इनू पीरियोडिकली बनाने, इनू आपां डिस्पैच ऑफ गुड्स के टाइम ते बनाने। याद रखना जिहड़ा प्रोफोमा इनवॉइस है जो कंसाइनर है, ठीक है, इन्हें सामान भेजा कंसाइनी नू, जो सामान भेज रहा है उस टाइम के उत्ते की बनेगा प्रोफोमा इनवॉइस। जो सेल्स हो गई उस तो बाद की बनेगा अकाउंट सेल्स, याद रखना। नैक्सट देखो अकाउंटेबिलिटी ऑफ कंसाइनी कि कंसाइनी जिहड़ा है वो किस केस दे विच अकाउंटेबल है। इट मेक्स कंसाइनी अकाउंटेबल टू द कंसाइनर, मतलब जो भी उन्हें किया होएगा वो लिए लायबल कौन होएगा कंसाइनी। तो ये स्टेटमेंट लायबल बनाएगी कंसाइनी नू कंसाइनर वास्ते, मतलब कि ये सारियां लेखा जोखा जो है ये मैं किया, ठीक है। देयर इज़ नो रिस्पोंसिबिलिटी ऑन द पार्ट ऑफ कंसाइनी। प्रोफोमा इनवॉइस के केस के विच कंसाइनी की कोई भी रिस्पोंसिबिलिटी नहीं बनती, उन्हें कुछ भी नहीं करना, सिर्फ ये काम किया है कंसाइनर का है कि उन्हें सिर्फ डिटेल्स भेजनिया है कि कितना सामान आया, कितना सामान तेरे को पहुँच रहा है, किहड़े गुड्स है, किस क्वालिटी दी है, की ये कंसाइनी का कोई लेना देना नहीं, ये कंसाइनी अकाउंटेबल होएगा। बेसिस फॉर एंट्रीज इन द बुक, इट्स सर्व्स द बेसिस फॉर रिकॉर्डिंग एंट्रीज इन द बुक ऑफ कंसाइनर। हुण अगे जो आप टॉपिक करांगे ना वो की होएगा कि कंसाइनर की बुक के अलग रिकॉर्ड किया जाता है, कंसाइनी की बुक के अलग रिकॉर्ड किया जाता है। तो जिहड़ा अकाउंट सेल्स है ना, अकाउंट सेल्स जी स्टेटमेंट है वो बेसिस प्रोवाइड करती है उन्होंने दे विच रिकॉर्ड करने वास्ते एंट्रीज में, ठीक है। जे अकाउंट सेल्स ना होए तो पता ही नहीं चलेगा कितनी सेल्स हुई कितनी नहीं हुई, तो वो जरूरी है जे आप एंट्रीज करनी है। ये जरूरी नहीं है, ठीक है। इट डज नॉट सर्व द बेसिस ऑफ अकाउंटिंग एंट्रीज, क्योंकि ये सिर्फ एक एडवाइस नोट है, सिर्फ और सिर्फ एक एडवाइस नोट है, इन्फॉर्मेशन टू द कंसाइन। सो ये सी लास्ट स्लाइड। आई होप तुहानू
ਇਹ ਸਾਰੇ ਡਿਫਰੈਂਸਿਸ ਕਲੀਅਰ ਹੈ ਤੁਹਾਨੂੰ, ਸਾਰੇ ਟਰਮਸ ਕਲੀਅਰ ਹੈ, ਕਮਿਸ਼ਨਸ ਕਿਸ ਤਰ੍ਹਾਂ ਦੀ ਹੁੰਦੀ ਹੈ ਉਹ ਤੁਹਾਨੂੰ ਕਲੀਅਰ ਹੈ। ਆਈ ਹੋਪ ਤੁਹਾਨੂੰ ਪੂਰਾ ਲੈਕਚਰ ਸਮਝ ਆਇਆ ਹੋਵੇਗਾ। ਸੋ ਇਹ ਸੀ ਅੱਜ ਦੀ ਆਪਣੀ ਕਲਾਸ। ਜੇ ਤੁਹਾਨੂੰ ਕਲਾਸ ਵਧੀਆ ਲੱਗੀ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ। ਇਹਦੇ ਨਾਲ ਮੇਰਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਓ ਫॉर ਰੈਗੂਲਰ ਅਪਡੇਟਸ। ਪਲੱਸ ਆਪਣਾ ਫੀਡਬੈਕ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਆ ਕਰੋ, ਠੀਕ ਹੈ। ਮਿਲਾਂਗੇ ਨੈਕਸਟ ਟੌਪਿਕ ਦੇ ਨਾਲ ਨੈਕਸਟ ਕਲਾਸ ਦੇ ਵਿੱਚ। ਥੈਂਕ ਯੂ ਸੋ ਮਚ।